ਪੀਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸੁਖਨੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਅੱਜ ਦੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ। ਹੁਣ ਟਰੱਕ ਚਲਾਉਣਾ ਹੈ ਤਾਂ ਸਿੱਖਣੀ ਪਵੇਗੀ ਅੰਗਰੇਜ਼ੀ, ਸਰਕਾਰ ਨੇ ਜਾਰੀ ਕਰ ਦਿੱਤੇ ਨਵੇਂ ਹੁਕਮ। ਕੈਲਗਰੀ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਨੇ ਗਵਾਈ ਆਪਣੀ ਜਾਨ। ਕੈਨੇਡਾ ਵਿੱਚ ਲੱਖਾਂ ਦਾ ਕੰਸਟਰਕਸ਼ਨ ਸਮਾਨ ਹੋਇਆ ਚੋਰੀ। ਟਰੰਪ ਨੇ ਪੋਪ ਬਣਨ ਦੀ ਜਤਾਈ ਇੱਛਾ, ਸੋਸ਼ਲ ਮੀਡੀਆ ਤੇ ਹੋ ਰਹੇ ਹਨ ਟ੍ਰੋਲ। ਤੇ ਹੁਣ ਖਬਰਾਂ ਵਿਸਥਾਰ ਵਿੱਚ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਫੈਸਲਿਆਂ ਕਾਰਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਹੁਣ ਉਹਨਾਂ ਨੇ ਇੱਕ ਕਾਰਜਕਾਰੀ ਹੁਕਮ ਤੇ ਦਸਤਖਤ ਕਰ ਦਿੱਤੇ ਹਨ, ਜਿਸ ਨਾਲ ਦੇਸ਼ ਵਿੱਚ ਟਰੱਕ ਡਰਾਈਵਰਸ ਲਈ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨਾ ਲਾਜ਼ਮੀ ਹੋ ਗਿਆ ਹੈ। ਟਰੰਪ ਦੇ ਇਸ ਫੈਸਲੇ ਨਾਲ ਕਈ ਲੋਕ ਚਿੰਤਾ ਵਿੱਚ ਵੀ ਹਨ। ਸੋਮਵਾਰ ਨੂੰ ਜਾਰੀ ਕੀਤੇ ਗਏ ਹੁਕਮ ਵਿੱਚ ਕਿਹਾ ਗਿਆ ਕਿ ਪੇਸ਼ੇਵਰ ਡਰਾਈਵਰਾਂ ਲਈ ਅੰਗਰੇਜ਼ੀ ਵਿੱਚ ਮੁਹਾਰਤ ਜ਼ਰੂਰੀ ਹੋਣੀ ਚਾਹੀਦੀ ਹੈ। ਉਹਨਾਂ ਨੂੰ ਟ੍ਰੈਫਿਕ ਸਾਈਨ ਨੂੰ ਪੜ੍ਹਨ ਅਤੇ ਸਮਝਣ, ਟ੍ਰੈਫਿਕ ਸੇਫਟੀ, ਬਾਰਡਰ ਪੈਟਰੋਲ, ਐਗਰੀਕਲਚਰਲ ਚੈੱਕ ਪੁਆਇੰਟਸ ਅਤੇ ਵੇ ਸਟੇਸ਼ਨ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਟਰੰਪ ਨੇ ਕਿਹਾ ਹੈ ਕਿ ਇਸ ਨਿਯਮ ਨੂੰ ਕਾਫੀ ਸਮੇਂ ਤੋਂ ਲਾਗੂ ਨਹੀਂ ਕੀਤਾ ਜਾ ਰਿਹਾ ਸੀ, ਜਿਸ ਕਾਰਨ ਅਮਰੀਕਾ ਦੀਆਂ ਸੜਕਾਂ ਘੱਟ ਸੁਰੱਖਿਅਤ ਹੋ ਗਈਆਂ ਹਨ। ਹੁਣ ਕੁਝ ਸਮੂਹਾਂ ਨੇ ਕਿਹਾ ਹੈ ਕਿ ਇਸ ਹੁਕਮ ਦਾ ਟਰੱਕ ਡਰਾਈਵਰਸ ਤੇ ਪੱਖਪਾਤੀ ਪ੍ਰਭਾਵ ਪੈ ਸਕਦਾ ਹੈ ਤੇ ਰੁਜ਼ਗਾਰ ਵਿੱਚ ਬੇਲੋੜੀਆਂ ਰੁਕਾਵਟਾਂ ਪੈਦਾ ਹੋ ਸਕਦੀਆਂ ਹਨ। ਸਿੱਖ ਸਮੂਹ ਨੇ ਕਿਹਾ ਹੈ ਕਿ ਕਾਰਜਕਾਰੀ ਆਦੇਸ਼ ਸਿੱਖ ਭਾਈਚਾਰੇ ਲਈ ਗੰਭੀਰ ਚਿੰਤਾਵਾਂ ਵੀ ਪੈਦਾ ਕਰਦਾ ਹੈ, ਜਿਸ ਦੀ ਅਮਰੀਕੀ ਟਰੱਕਿੰਗ ਇੰਡਸਟਰੀ ਵਿੱਚ ਮਜ਼ਬੂਤ ਮੌਜੂਦਗੀ ਹੈ। ਉਹਨਾਂ ਨੇ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਹੈ ਤੇ ਕਿਹਾ ਕਿ ਦੇਸ਼ ਦੀ ਟਰੱਕਿੰਗ ਇੰਡਸਟਰੀ ਵਿੱਚ ਲਗਭਗ 1.5 ਲੱਖ ਸਿੱਖ ਕੰਮ ਕਰਦੇ ਹਨ, ਜਿਨ੍ਹਾਂ ਵਿੱਚੋਂ 90% ਡਰਾਈਵਰ ਹਨ। ਕੈਨੇਡਾ ਦੀ ਧਰਤੀ ਤੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਸੁਨਹਿਰੇ ਭਵਿੱਖ ਦੀ ਭਾਲ ਵਿੱਚ ਕੈਨੇਡਾ ਆਇਆ 20 ਸਾਲ ਦਾ ਇਹ ਪੰਜਾਬੀ ਨੌਜਵਾਨ ਅਲਬਰਟਾ ਦੇ ਰੈੱਡ ਟੀਅਰ ਵਿੱਚ ਇੱਕ ਭਿਆਨਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਦਰਦਨਾਕ ਸੜਕ ਹਾਦਸੇ ਮਗਰੋਂ ਨੌਜਵਾਨ ਦੀ ਮੌਤ ਹੋ ਗਈ। ਭਗਤਬੀਰ ਸਿੰਘ ਦੇ ਦੋਸਤਾਂ ਨੇ ਦੱਸਿਆ ਕਿ ਅਲਬਰਟਾ ਦੇ ਰੈੱਡ ਟੀਅਰ ਨੇੜੇ 21 ਅਪ੍ਰੈਲ ਨੂੰ ਵਾਪਰੇ ਸੜਕ ਹਾਦਸੇ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਕੈਲਗਰੀ ਦੇ ਹਸਪਤਾਲ ਵਿੱਚ ਕਈ ਦਿਨਾਂ ਤੱਕ ਮੌਤ ਨਾਲ ਸੰਘਰਸ਼ ਕਰਦਿਆਂ ਉਸਨੇ ਦਮ ਤੋੜ ਦਿੱਤਾ। ਭਗਤਬੀਰ ਸਿੰਘ ਦੀ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟ ਵੱਜੀ ਅਤੇ ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਾ ਜਾ ਸਕਿਆ। ਹਾਦਸੇ ਮਗਰੋਂ ਭਗਤਬੀਰ ਸਿੰਘ ਦੇ ਮਾਤਾ ਅਤੇ ਭੈਣ ਵੱਲੋਂ ਐਮਰਜੈਂਸੀ ਵੀਜ਼ਾ ਅਪਲਾਈ ਕੀਤਾ ਗਿਆ, ਪਰ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਫਿਲਹਾਲ ਮੁਕੰਮਲ ਨਹੀਂ ਹੋ ਸਕੀ। ਹੁਣ ਉਸ ਦੀ ਦੇਹ ਭਾਰਤ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਤੇ GoFundMe ਪੇਜ ਰਾਹੀਂ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਗਈ ਹੈ। ਕੈਨੇਡਾ ਵਿੱਚ ਚੌਥੀ ਵਾਰ ਲਿਬਰਲ ਸਰਕਾਰ ਦੀ ਵਾਪਸੀ ਮਗਰੋਂ ਅਲਬਰਟਾ ਦੀ UCP ਸਰਕਾਰ ਨੇ ਐਸਾ ਬਿੱਲ ਪੇਸ਼ ਕੀਤਾ ਹੈ ਜੋ ਰੈਫਰੈਂਡਮ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਹੋਰ ਵੀ ਆਸਾਨ ਬਣਾ ਦੇਵੇਗਾ। ਇਸ ਵਿੱਚ ਅਲਬਰਟਾ ਦੀ ਆਜ਼ਾਦੀ ਲਈ ਰੈਫਰੈਂਡਮ ਵੀ ਸ਼ਾਮਿਲ ਹੋ ਸਕਦਾ ਹੈ। ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਅਸੀਂ ਇਹ ਬਿੱਲ ਲਿਆਉਣਾ ਹੀ ਸੀ, ਚਾਹੇ ਚੋਣਾਂ ਦਾ ਨਤੀਜਾ ਜੋ ਵੀ ਹੁੰਦਾ। ਇਸ ਬਿੱਲ 54 ਤਹਿਤ ਅਲਬਰਟਾ ਵਿੱਚ ਚੋਣਾਂ ਦੇ ਨਿਯਮਾਂ ਵਿੱਚ ਕੁਝ ਬਦਲਾਅ ਨੇ, ਜਿਵੇਂ ਕਿ ਸਿਟੀਜ਼ਨ ਵੱਲੋਂ ਰੈਫਰੈਂਡਮ ਲਈ ਲੋੜੀਂਦੇ ਹਸਤਾਖਰਾਂ ਦੀ ਗਿਣਤੀ 20% ਤੋਂ ਘਟਾ ਕੇ 10% ਕਰ ਦਿੱਤੀ ਜਾ ਰਹੀ ਹੈ ਅਤੇ ਹਸਤਾਖਰ ਇਕੱਠੇ ਕਰਨ ਲਈ ਸਮਾਂ ਵੀ 90 ਦਿਨਾਂ ਤੋਂ ਵਧਾ ਕੇ 120 ਦਿਨ ਕੀਤਾ ਗਿਆ। ਪ੍ਰੀਮੀਅਰ ਸਮਿਥ ਨੇ ਸਾਫ਼ ਸ਼ਬਦਾਂ ਵਿੱਚ ਇਹ ਵੀ ਕਿਹਾ ਹੈ ਕਿ ਉਹ ਅਲਬਰਟਾ ਦੀ ਆਜ਼ਾਦੀ ਦੀ ਹਮਾਇਤ ਨਹੀਂ ਕਰਦੀ, ਪਰ ਉਹਨਾਂ ਕਿਹਾ ਕਿ ਮੈਂ ਸੰਯੁਕਤ ਕੈਨੇਡਾ ਵਿੱਚ ਅਲਬਰਟਾ ਦੀ ਖੁਦਮੁਖਤਿਆਰੀ ਸੋਵਰਨਟੀ ਦੀ ਹਮਾਇਤ ਕਰਦੀ ਹਾਂ। ਅਲਬਰਟਾ NDP ਨੇ ਸਮਿਥ ਦੇ ਇਸ ਬਿਆਨ ਨੂੰ ਖਤਰਨਾਕ ਅਤੇ ਡਰਪੋਕ ਕਰਾਰ ਦਿੱਤਾ ਹੈ। ਪੁਰਾਣੀ ਕੈਲਗਰੀ ਮੇਅਰ ਅਤੇ ਨੇਤਾ ਨਹੀਦ ਨੈਂਸੀ ਨੇ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਤੁਸੀਂ ਅਲੱਗ ਹੋਣ ਦੀ ਗੱਲ ਕਰ ਰਹੇ ਹੋ ਤਾਂ ਸਿੱਧਾ ਰੈਫਰੈਂਡਮ ਹੀ ਕਰਾਓ ਤੇ ਜੇਕਰ ਤੁਸੀਂ ਹਾਰ ਜਾਂਦੇ ਹੋ ਤਾਂ ਸਿਆਸਤ ਨੂੰ ਸਦਾ ਲਈ ਅਲਵਿਦਾ ਕਹਿ ਦਿਓ। ਚੋਣਾਂ ਤੋਂ ਪਹਿਲਾਂ ਇੱਕ ਸਰਵੇਖਣ ਵਿੱਚ ਤਕਰੀਬਨ 30% ਅਲਬਰਟਾ ਵਾਸੀਆਂ ਨੇ ਕਿਹਾ ਸੀ ਕਿ ਜੇਕਰ ਲਿਬਰਲਸ ਫਿਰ ਤੋਂ ਸਰਕਾਰ ਬਣਾਉਂਦੇ ਹਨ ਤਾਂ ਉਹ ਕੈਨੇਡਾ ਤੋਂ ਅਲੱਗ ਹੋਣਾ ਚਾਹੁੰਦੇ ਹਨ। ਇਸ ਹਫ਼ਤੇ ਸ਼ਨੀਵਾਰ ਨੂੰ ਐਡਮਿੰਟਨ ਵਿਧਾਨ ਸਭਾ ਦੇ ਬਾਹਰ ਅਲਬਰਟਾ ਦੀ ਆਜ਼ਾਦੀ ਲਈ ਰੈਲੀ ਦੀ ਯੋਜਨਾ ਵੀ ਬਣਾਈ ਗਈ ਹੈ। UCP ਦੀ ਬਹੁਮਤ ਕਾਰਨ ਇਹ ਬਿੱਲ ਪਾਸ ਹੋਣ ਦੀ ਉਮੀਦ ਹੈ। ਜੇਕਰ ਇਹ ਬਿੱਲ ਮਨਜ਼ੂਰ ਹੋਇਆ ਤਾਂ ਅਲਬਰਟਾ ਵਿੱਚ ਰੈਫਰੈਂਡਮ ਦੀ ਪ੍ਰਕਿਰਿਆ ਕੁਝ ਮਹੀਨਿਆਂ ਵਿੱਚ ਹੀ ਬਦਲ ਸਕਦੀ ਹੈ। ਯਾਰਕ ਰੀਜਨਲ ਪੁਲਿਸ ਨੇ ਚੋਰੀ ਦੇ ਕੇਸਾਂ ਦੀ ਜਾਂਚ ਕਰਦੇ ਹੋਏ 7 ਵਿਅਕਤੀਆਂ ਖਿਲਾਫ ਚਾਰਜਸ ਲਗਾਏ ਹਨ ਅਤੇ $3 ਮਿਲੀਅਨ ਤੋਂ ਵੱਧ ਦਾ
ਚੋਰੀ ਦਾ ਸਮਾਨ ਬਰਾਮਦ ਕੀਤਾ ਗਿਆ। ਪੁਲਿਸ ਅਨੁਸਾਰ ਦਸੰਬਰ 2024 ਤੋਂ ਮਾਰਚ 2025 ਦਰਮਿਆਨ ਯਾਰਕ ਖੇਤਰ ਅਤੇ GTA ਗ੍ਰੇਟਰ ਟੋਰਾਂਟੋ ਏਰੀਆ ਵਿੱਚ ਵਪਾਰਕ ਕੰਪਨੀਆਂ ਅਤੇ ਵਪਾਰਕ ਸਥਾਨਾਂ ਤੋਂ ਮਹਿੰਗੇ ਕੰਸਟਰਕਸ਼ਨ ਸਮਾਨ ਦੀ ਚੋਰੀ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੌਰਾਨ ਪੁਲਿਸ ਨੇ ਟੋਰਾਂਟੋ ਦੇ ਇੱਕ ਘਰ ਅਤੇ ਕਈ ਸਟੋਰੇਜ ਲੋਕਰਾਂ ਵਿੱਚ ਛਾਪੇਮਾਰੀ ਕਰਕੇ $3 ਮਿਲੀਅਨ ਦਾ ਚੋਰੀ ਦਾ ਸਮਾਨ ਬਰਾਮਦ ਕੀਤਾ ਹੈ। ਗ੍ਰਿਫਤਾਰ ਹੋਏ ਲੋਕਾਂ ਦੀ ਸੂਚੀ ਵਿੱਚ ਕੈਲੇਡਨ ਤੋਂ ਲਖਵਿੰਦਰ ਤੂਰ, ਮਿਸੀਸੌਗਾ ਤੋਂ ਮਨੀਸ਼ ਅਤੇ ਹਰਪ੍ਰੀਤ, ਬ੍ਰੈਂਪਟਨ ਤੋਂ ਜਗਦੀਸ਼ ਪੰਦੇਰ ਅਤੇ ਟੋਰਾਂਟੋ ਤੋਂ ਜ਼ੇਯੋ ਅਤੇ ਚੈਂਗ ਫੈਂਗ ਸ਼ਾਮਿਲ ਹਨ। ਇਹਨਾਂ ਉੱਤੇ ਲੱਗੇ ਮੁੱਖ ਦੋਸ਼ ਅਪਰਾਧਿਕ ਗਤੀਵਿਧੀਆਂ ਵਿੱਚ ਭਾਗੀਦਾਰੀ, $5000 ਤੋਂ ਵੱਧ ਦੇ ਚੋਰੀ ਦੇ ਮਾਲ ਦੀ ਤਸਕਰੀ ਅਤੇ ਚੋਰੀ ਦੇ ਮਾਲ ਨੂੰ ਕਬਜ਼ੇ ਵਿੱਚ ਰੱਖਣਾ ਸ਼ਾਮਿਲ ਹਨ। ਪੁਲਿਸ ਨੇ ਦੱਸਿਆ ਹੈ ਕਿ ਹੋਰ ਸ਼ੱਕੀ ਵਿਅਕਤੀਆਂ ਦੀ ਪਹਿਚਾਣ ਅਤੇ ਵਧੇਰੇ ਚੋਰੀ ਦੇ ਸਮਾਨ ਦੀ ਬਰਾਮਦਗੀ ਲਈ ਜਾਂਚ ਅਜੇ ਵੀ ਚੱਲ ਰਹੀ ਹੈ ਅਤੇ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ। ਜਾਂਚ ਦੌਰਾਨ ਬਰਾਮਦ ਕੀਤੇ ਗਏ ਸਮਾਨ ਦੀਆਂ ਤਸਵੀਰਾਂ ਵੀ ਪੁਲਿਸ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਕਸਰ ਆਪਣੀ ਬਿਆਨਬਾਜ਼ੀ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਡੋਨਾਲਡ ਟਰੰਪ ਨੇ ਮਜ਼ਾਕ ਵਿੱਚ ਪੋਪ ਬਣਨ ਦੀ ਆਪਣੀ ਇੱਛਾ ਜ਼ਾਹਰ ਕੀਤੀ ਹੈ। ਇੱਕ ਇੰਟਰਵਿਊ ਵਿੱਚ ਟਰੰਪ ਨੇ ਕਿਹਾ ਹੈ ਕਿ ਅਗਲੇ ਪੋਪ ਲਈ ਉਹ ਖੁਦ ਦੀ ਪਹਿਲੀ ਪਸੰਦ ਹੋਣਗੇ। ਇਸ ਤੋਂ ਬਾਅਦ ਟਰੰਪ ਦੀਆਂ ਪੋਪ ਦੇ ਪਹਿਰਾਵੇ ਵਿੱਚ ਤਸਵੀਰਾਂ ਨਾਲ ਭਰੇ ਮੀਮਸ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ। ਪੋਪ ਫ੍ਰਾਂਸਿਸ ਦਾ ਪਿਛਲੇ ਸੋਮਵਾਰ 88 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਪੋਪ ਫ੍ਰਾਂਸਿਸ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਡੋਨਾਲਡ ਟਰੰਪ ਵੀ ਸੇਂਟ ਪੀਟਰਸ ਸਕੁਏਅਰ ਵਿੱਚ ਉਹਨਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ। ਪੋਪ ਫ੍ਰਾਂਸਿਸ ਦੇ ਅੰਤਿਮ ਸੰਸਕਾਰ ਤੋਂ ਬਾਅਦ 7 ਮਈ ਨੂੰ ਉੱਤਰਾਧਿਕਾਰੀ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਵਾਲੇ ਸਨ। ਟਰੰਪ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਮੈਂ ਪੋਪ ਬਣਨਾ ਚਾਹੁੰਦਾ ਹਾਂ, ਇਹ ਮੇਰੀ ਪਹਿਲੀ ਪਸੰਦ ਹੋਵੇਗੀ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਪੋਪ ਫ੍ਰਾਂਸਿਸ ਦੀ ਥਾਂ ਉਹ ਕਿਸ ਨੂੰ ਦੇਖਣਾ ਚਾਹੁੰਦੇ ਹਨ ਤਾਂ ਟਰੰਪ ਨੇ ਕਿਹਾ ਕਿ ਉਹਨਾਂ ਦੀ ਕੋਈ ਪਸੰਦ ਨਹੀਂ ਹੈ। ਟਰੰਪ ਨੂੰ ਪੋਪ ਬਣਦੇ ਹੋਏ ਦਿਖਾਉਣ ਵਾਲਾ ਵੀਡੀਓ ਜਲਦ ਹੀ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵਾਇਰਲ ਹੋ ਗਿਆ। ਟਰੰਪ ਦੇ ਸਮਰਥਕਾਂ ਨੇ ਇਸ ਵਿਚਾਰ ਦੀ ਸ਼ਲਾਘਾ ਕੀਤੀ, ਜਦੋਂ ਕਿ ਸੋਸ਼ਲ ਮੀਡੀਆ ਯੂਜ਼ਰਸ ਨੇ ਟਰੰਪ ਨੂੰ ਪੋਪ ਦੇ ਰਸਮੀ ਪਹਿਰਾਵੇ ਵਿੱਚ ਦਰਸਾਉਂਦੇ ਹੋਏ ਮੀਮਸ ਨਾਲ ਵੀਡੀਓ ਸਾਂਝੀਆਂ ਕੀਤੀਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ 2 ਐਗਜ਼ੀਕਿਊਟਿਵ ਆਰਡਰਾਂ ਤੇ ਹਸਤਾਖਰ ਕੀਤੇ ਹਨ, ਜੋ ਆਟੋਮੋਬਾਈਲ ਸੈਕਟਰ ਤੇ ਲਾਗੂ ਕੀਤੇ ਗਏ ਟੈਰਿਫਸ ਤੋਂ ਕੁਝ ਸਮੇਂ ਲਈ ਰਾਹਤ ਦੇਣਗੇ। ਵਹੀਕਲ ਪ੍ਰੋਡਕਸ਼ਨ ਨੂੰ ਉਤਸ਼ਾਹਿਤ ਕਰਨ ਲਈ ਅਮਰੀਕੀ ਵਪਾਰ ਵਿਭਾਗ ਨੇ ਐਲਾਨ ਕੀਤਾ ਹੈ ਕਿ ਜਿਹੜੀਆਂ ਕੰਪਨੀਆਂ ਅਮਰੀਕਾ ਵਿੱਚ ਵਾਹਨ ਤਿਆਰ ਕਰਦੀਆਂ ਹਨ, ਉਹਨਾਂ ਨੂੰ ਵਿਦੇਸ਼ੀ ਆਟੋ ਪਾਰਟਸ ਤੇ ਲਾਗੂ ਟੈਰਿਫਸ ਦਾ ਰਿਬੇਟ ਮਿਲੇਗਾ, ਜੋ ਕਿ ਵਾਹਨ ਦੇ ਰਿਟੇਲ ਪ੍ਰਾਈਸ ਦਾ 15% ਹਿੱਸਾ ਹੋਵੇਗਾ। ਇਹ ਅਗਲੇ ਸਾਲ 10% ਹੋ ਜਾਵੇਗਾ। ਇਹ ਤਬਦੀਲੀ 25% ਆਟੋ ਪਾਰਟ ਟੈਰਿਫਸ ਨੂੰ ਲਾਗੂ ਕਰਨ ਤੋਂ ਪਹਿਲਾਂ ਕੀਤੀ ਗਈ, ਜੋ ਕਿ ਅਗਲੇ ਮਹੀਨੇ ਤੋਂ ਲਾਗੂ ਹੋਣ ਵਾਲੀ ਸੀ। ਟਰੰਪ ਨੇ ਦੂਜਾ ਐਗਜ਼ੀਕਿਊਟਿਵ ਆਰਡਰ ਵੀ ਜਾਰੀ ਕੀਤਾ, ਜਿਸ ਤਹਿਤ ਜਿਹੜੀਆਂ ਕੰਪਨੀਆਂ ਆਟੋ ਟੈਰਿਫਸ ਦੇ ਰਹੀਆਂ ਹਨ, ਉਹਨਾਂ ਉੱਤੇ ਸਟੀਲ, ਐਲੂਮੀਨੀਅਮ ਜਾਂ ਫਿਰ ਹੋਰ ਕਿਸਮ ਦੀਆਂ ਡਿਊਟੀਆਂ ਵੱਖ-ਵੱਖ ਢੰਗ ਨਾਲ ਨਹੀਂ ਲੱਗਣਗੀਆਂ। ਕੈਨੇਡਾ ਨੂੰ ਕੁਜ਼ਮਾ ਕੈਨੇਡਾ ਅਮਰੀਕਾ ਮੈਕਸੀਕੋ ਐਗਰੀਮੈਂਟ ਹੇਠ ਕਈ ਟੈਰਿਫਸ ਤੋਂ ਛੂਟ ਮਿਲੀ ਹੋਈ ਹੈ। 6 ਵੱਡੀਆਂ ਆਟੋ ਉਦਯੋਗ ਸੰਸਥਾਵਾਂ ਨੇ ਪਿਛਲੇ ਹਫ਼ਤੇ ਟਰੰਪ ਨੂੰ ਚਿੱਠੀ ਲਿਖ ਕੇ ਟੈਰਿਫ ਹਟਾਉਣ ਦੀ ਮੰਗ ਕੀਤੀ ਸੀ। ਟਰੰਪ ਨੇ ਇਸੇ ਮਹੀਨੇ 25% ਆਟੋ ਇੰਪੋਰਟ ਟੈਰਿਫ ਲਾਗੂ ਕੀਤੇ ਅਤੇ ਚੀਨ ਤੋਂ ਆਉਣ ਵਾਲੀਆਂ ਚੀਜ਼ਾਂ ਉੱਤੇ 145% ਤੱਕ ਦੇ ਟੈਰਿਫ ਵੀ ਲਗਾਏ। ਇਸ ਕਾਰਨ ਗੱਡੀਆਂ ਦੀ ਕੀਮਤ ਵਿੱਚ $5000 ਤੋਂ $12000 ਤੱਕ ਦਾ ਵਾਧਾ ਹੋਣ ਦੀ ਸੰਭਾਵਨਾ ਜਤਾਈ ਗਈ ਸੀ। ਟਰੰਪ ਨੇ ਮੰਗਲਵਾਰ ਨੂੰ ਮਿਸ਼ੀਗਨ, ਜਿਸ ਨੂੰ ਹਾਰਟ ਆਫ ਅਮਰੀਕਾਸ ਆਟੋਮੋਬਾਈਲ ਇੰਡਸਟਰੀ ਵੀ ਕਿਹਾ ਜਾਂਦਾ ਹੈ, ਉੱਥੇ ਰੈਲੀ ਦੌਰਾਨ ਆਪਣੇ ਅਹੁਦੇ ਦੇ 100 ਦਿਨ ਪੂਰੇ ਹੋਣ ਦਾ ਜਸ਼ਨ ਵੀ ਮਨਾਇਆ। ਗ੍ਰੀਨ ਪਾਰਟੀ ਆਫ ਕੈਨੇਡਾ ਦੇ ਕੋ-ਲੀਡਰ ਜੋਨਾਥਨ ਪੈਟਨੋ ਨੇ ਫੈਡਰਲ ਚੋਣਾਂ ਵਿੱਚ ਆਪਣੀ ਸੀਟ ਹਾਰਨ ਤੋਂ ਬਾਅਦ ਬੁੱਧਵਾਰ ਨੂੰ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਖੁੱਲ੍ਹੇ ਪੱਤਰ ਵਿੱਚ ਕਿਹਾ ਹੈ ਕਿ ਚੋਣ ਨਤੀਜੇ ਨਿਰਾਸ਼ਾਜਨਕ ਸਨ ਅਤੇ ਉਹ ਇਸ ਹਾਰ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹਨ। ਉਹਨਾਂ ਕਿਹਾ ਕਿ ਮੈਂ 2 ਵਾਰ ਆਪਣੇ ਨਾਗਰਿਕਾਂ ਨੂੰ ਆਪਣੇ ਵਿਚਾਰਾਂ ਨਾਲ ਜੋੜਨ ਵਿੱਚ ਸਫਲ ਰਿਹਾ। ਉਹਨਾਂ ਕਿਹਾ ਕਿ ਮੇਰੇ ਸਾਥੀ ਮਾਈਕ ਮੋਰਿਸ ਕਿਚਨਰ ਸੈਂਟਰ ਅਤੇ ਹੋਰ ਯੋਗ ਉਮੀਦਵਾਰਾਂ ਨੂੰ ਵੀ ਜਿੱਤਣ ਵਿੱਚ ਮਦਦ ਨਹੀਂ ਕਰ ਸਕਿਆ। ਪੈਟਨੋ ਕਿਊਬੈਕ ਦੇ ਊਟਰਾਮੌਂਟ ਰਾਈਡਿੰਗ ਵਿੱਚ ਆਖਰੀ ਸਥਾਨ ਤੇ ਰਹੇ, ਜਦੋਂ ਕਿ ਮੋਰਿਸ ਨੇ ਆਪਣੀ ਸੀਟ ਕੰਜ਼ਰਵੇਟਿਵ ਉਮੀਦਵਾਰ ਨੂੰ ਗਵਾਈ। ਗ੍ਰੀਨ ਪਾਰਟੀ ਨੇ ਇਸ ਚੋਣ ਵਿੱਚ ਕੇਵਲ 1.2% ਵੋਟਾਂ ਹਾਸਲ ਕੀਤੀਆਂ ਹਨ, ਜੋ ਕਿ 2004 ਤੋਂ ਬਾਅਦ ਦਾ ਸਭ ਤੋਂ ਮਾੜਾ ਅੰਕੜਾ ਹੈ। ਪੈਟਨੋ ਦਾ ਅਸਤੀਫਾ ਪਾਰਟੀ ਵਿੱਚ ਲੀਡਰਸ਼ਿਪ ਦੇ ਸੰਕਟ ਨੂੰ ਉਜਾਗਰ ਕਰਦਾ ਹੈ। ਗ੍ਰੀਨ ਪਾਰਟੀ ਨੇ 3 ਸੀਟਾਂ ਦਾ ਟੀਚਾ ਰੱਖਿਆ ਸੀ, ਪਰ ਉਹ 1 ਤੋਂ ਵੱਧ ਵੀ ਸੀਟ ਨਹੀਂ ਜਿੱਤ ਸਕੇ।
ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਹੋਰ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV ਬ੍ਰਾਡਕਾਸਟਿੰਗ। ਆਲਵੇਜ਼ ਬੀ ਪੋਜ਼ਿਟਿਵ, ਬੀ yourself।